ਰਾਮ ਰਾਮ ਸੈਡ ਵਿਜੇ ਚੰਦ ਦਾ ਬਰਲੀ ਲੈਂਡਲੋਰਡ। ਤਾਂ ਚੰਦੂ ਨੂੰ ਉਸ ਡਰੈਸ ਵਿੱਚ ਆਪਣੇ ਘਰ ਆਉਂਦਿਆਂ ਦੇਖ ਕੇ ਵਿਜੇ ਚੰਦ, ਜੋ ਕਿ ਇੱਕ ਲੰਬਾ ਚੌੜਾ ਭਾਰਾ ਲੈਂਡਲੋਰਡ ਸੀ, ਜ਼ਿਮੀਦਾਰ ਸੀ, ਉਸਨੇ ਕੀ ਕਿਹਾ? ਰਾਮ ਰਾਮ ਰਾਮ, ਟਚਿੰਗ ਦਾ sacred thread which hung over his ear since he had just been to the lavatory। ਉਸਨੇ ਆਪਣੇ ਕੰਨ ਉੱਤੇ ਲਟਕੇ ਉਸ ਪਵਿੱਤਰ ਧਾਗੇ ਭਾਵ ਜਨੇਊ ਨੂੰ ਛੂੰਹਦੇ ਹੋਏ ਇਹ ਗੱਲ ਕਹੀ ਜਦੋਂ ਕਿ ਉਹ ਹੁਣੇ-ਹੁਣੇ ਪਖਾਨੇ ਵਿੱਚੋਂ ਆ ਰਿਹਾ ਸੀ, ਭਾਵ ਟਾਇਲਟ ਨੂੰ ਯੂਜ਼ ਕਰਕੇ ਆ ਰਿਹਾ ਸੀ, ਲੈਬੋਰੇਟਰੀ ਟਾਇਲਟਸ। The son of a pig, ਸੂਰ ਦਾ ਬੱਚਾ, he is bringing a leather bag of cow hide, ਕਿ ਉਹ ਗਾਂ ਦੇ ਚਮੜੇ ਦਾ ਬਣਿਆ ਹੋਇਆ ਬੈਗ ਲੈ ਕੇ ਆ ਰਿਹਾ ਹੈ, into our house, ਸਾਡੇ ਘਰ ਵਿੱਚ, and a coat of the marrow of, I don't know, some other animals, ਕਿ ਉਸਨੇ ਇੱਕ ਕੋਟ ਵੀ ਪਾਇਆ ਹੋਇਆ ਜੋ ਕਿ ਮੈਰੋ ਹੁੰਦਾ ਹੱਡੀਆਂ ਦੇ ਵਿੱਚ ਪਾਇਆ ਜਾਣ ਵਾਲਾ ਮਟੀਰੀਅਲ, ਅਤੇ ਉਸਦਾ ਕੋਟ ਵੀ ਮੈਨੂੰ ਨਹੀਂ ਪਤਾ ਪਰ ਕਿਸੇ ਦੂਜੇ ਜਾਨਵਰ ਦੀ ਹੱਡੀਆਂ ਦੀ ਸਹਾਇਤਾ ਨਾਲ ਬਣਾਇਆ ਗਿਆ ਹੈ। and those evil black ਅੰਗਰੇਜ਼ੀ shoes, ਅਤੇ ਉਸਨੇ ਉਹ ਬੁਰੇ ਅੰਗਰੇਜ਼ੀ ਜੁੱਤੇ ਵੀ ਪਾਏ ਹੋਏ ਹਨ। get out, you son of a devil, ਨਿਕਲ ਜਾ ਤੂੰ ਸ਼ੈਤਾਨ ਦੇ ਪੁੱਤਰ। you will defile my religion, ਤੂੰ ਮੇਰਾ ਧਰਮ ਭ੍ਰਸ਼ਟ ਕਰ ਦੇਗਾ। I suppose you have no fear of anyone, ਮੈਨੂੰ ਲੱਗਦਾ ਹੁਣ ਤੈਨੂੰ ਕਿਸੇ ਦਾ ਡਰ ਨਹੀਂ ਰਿਹਾ, now that your father is dead, ਕਿਉਂਕਿ ਹੁਣ ਤੇਰੇ ਪਿਤਾ ਜੀ ਮਰ ਗਏ ਹਨ। but I am wearing the clothes of a doctor, ਜਗੀਰਦਾਰ ਸਾਹਿਬ, said ਚੰਦੂ। ਪਰ ਚੰਦੂ ਨੇ ਕਿਹਾ, ਜਗੀਰਦਾਰ ਸਾਹਿਬ, ਮੈਂ ਤਾਂ ਡਾਕਟਰ ਦੇ ਕੱਪੜੇ ਪਹਿਨ ਰਿਹਾ ਹਾਂ। go away, you swine, ਸੂਅਰ, ਤੂੰ ਇੱਥੋਂ ਚਲਾ ਜਾ। go away and wear clothes befitting your low status as a barber, ਤੂੰ ਇੱਥੋਂ ਦਫਾ ਹੋ ਜਾ ਐਂਡ ਉਹੀ ਕੱਪੜੇ ਪਾ ਜੋ ਤੇਰੇ ਨਿਮਨ ਸਤਰ ਭਾਵ ਛੋਟੇ ਸਟੇਟਸ ਜੋ ਕਿ ਇੱਕ ਨਾਈ ਦਾ ਹੁੰਦਾ ਹੈ, ਉਸਨੂੰ ਉਹੀ ਕੱਪੜੇ ਪਹਿਨਣੇ ਚਾਹੀਦੇ ਹਨ, ਨਾ ਕਿ ਉੱਚੀ ਜਾਤੀ ਦੇ ਲੋਕਾਂ ਵਾਂਗ। and don't let me see you practicing any of your new fangled notions, ਤੇ ਹੁਣ ਜੋ ਤੇਰੇ ਅੰਦਰ ਨਵੇਂ ਵਿਚਾਰ ਉਤਪੰਨ ਹੋਏ ਹਨ, ਉਹਨਾਂ ਧਾਰਨਾਵਾਂ ਦੇ ਨਾਲ, ਉਹਨਾਂ ਵਿਚਾਰਾਂ ਦੇ ਨਾਲ ਤੂੰ ਮੈਨੂੰ ਹੁਣ ਦਿਸਣਾ ਨਹੀਂ ਚਾਹੀਦਾ। or else I will have you flogged, ਨਹੀਂ ਤਾਂ ਮੈਂ ਤੈਨੂੰ flogged ਕਰਾਵਾਂਗਾ, ਭਾਵ ਤੈਨੂੰ ਕੋੜੇ ਮਰਵਾਵਾਂਗਾ, ਤੈਨੂੰ ਸਜ਼ਾ ਹੋਏਗੀ, ਤੈਨੂੰ ਪਨਿਸ਼ਮੈਂਟ ਮਿਲੇਗੀ। but ਰਾਜ ਵਿਜੇ ਚੰਦ ਸਾਹਿਬ, ਚੰਦੂ ਅਪੀਲਡ, ਪਰ ਰਾਜ ਵਿਜੇ ਚੰਦ ਸਾਹਿਬ, ਚੰਦੂ ਨੇ ਬੇਨਤੀ ਕੀਤੀ, get away, you useless one, the landlord shouted। ਸੋ ਉਸ ਜਗੀਰਦਾਰ ਨੇ ਬਿਨਾਂ ਉਸਦੀ ਕੋਈ ਗੱਲ ਸੁਣੇ ਉਸਨੂੰ ਕਹਿਣਾ ਸ਼ੁਰੂ ਕਰਤਾ ਵੀ ਇੱਥੋਂ ਦਫਾ ਹੋ ਜਾ, ਬਿਲਕੁਲ ਨਿਕਲ ਜਾ, ਤੂੰ ਕਿਸੇ ਕੰਮ ਦਾ ਨਹੀਂ, ਤੂੰ ਇੱਥੋਂ ਚਲਾ ਜਾ। don't come any nearer, ਤੂੰ ਹੋਰ ਨੇੜੇ ਨਾ ਆਈ, or we will have to treat the whole house with the sacred cow dung to purify it, ਨਹੀਂ ਤਾਂ ਸਾਨੂੰ ਸਾਰੇ ਘਰ ਨੂੰ ਪਵਿੱਤਰ ਗਾਂ ਦੇ ਗੋਬਰ ਦੇ ਨਾਲ ਸ਼ੁੱਧ ਕਰਨਾ ਪਵੇਗਾ। ਚੰਦੂ ਰਿਟਰਨਡ, ਚੰਦੂ ਵਾਪਸ ਮੁੜ ਗਿਆ। his face was flushed, ਉਸਦਾ ਚਿਹਰਾ ਸ਼ਰਮ ਦੇ ਨਾਲ ਭਰ ਗਿਆ। he was completely taken aback, ਉਸਨੂੰ ਇੱਕ ਬਹੁਤ ਜ਼ੋਰ ਦਾ ਝਟਕਾ ਲੱਗਿਆ। he did not look at me, ਉਸਨੇ ਮੇਰੇ ਵੱਲ ਦੇਖਿਆ ਨਹੀਂ, because of the shame, ਉਸ ਸ਼ਰਮ ਦੇ ਕਰਕੇ। he felt, ਜੋ ਕਿ ਉਸਨੂੰ ਮਹਿਸੂਸ ਹੋਈ ਸੀ, at being insulted, ਬੇਇੱਜ਼ਤ ਹੋਣ ਤੋਂ ਬਾਅਦ, before me, ਮੇਰੇ ਸਾਹਮਣੇ। whose hero he knew he was, ਕਿ ਜਿਸ ਤਰ੍ਹਾਂ ਚੰਦੂ ਨੂੰ ਪਤਾ ਸੀ ਕਿ ਚੰਦੂ ਮੇਰਾ ਹੀਰੋ ਹੈ। and he rushed towards the shop of ਥਾਨੂ ਰਾਮ, ਅਤੇ ਉਹ ਥਾਨੂ ਰਾਮ ਦੀ ਦੁਕਾਨ ਦੇ ਵੱਲ ਭੱਜਿਆ। the ਸ਼ਾਹੂਕਾਰ of the village, ਜੋ ਕਿ ਉਸ ਵਿਲੇਜ ਦਾ ਸ਼ਾਹੂਕਾਰ ਸੀ, who kept a grocer's store at the corner of the lane, ਜਿਸਨੇ ਕਿ ਉਸ ਕੂਚੇ ਦੇ ਕੋਨੇ ਦੇ ਵਿੱਚ ਕਰਿਆਨੇ ਦੀ ਦੁਕਾਨ ਖੋਲੀ ਹੋਈ ਸੀ। ਦੇਵੀ, the landlord's son, ਦੇਵੀ ਜੋ ਉਸ ਜ਼ਿਮੀਦਾਰ ਦਾ ਪੁੱਤਰ ਸੀ, had begun to cry, ਉਸਨੇ ਰੋਣਾ ਸ਼ੁਰੂ ਕਰ ਦਿੱਤਾ। at his father's harsh words, ਉਸਦੇ ਪਿਤਾ ਦੇ ਕੋੜੇ ਲਫ਼ਜ਼ ਸੁਣ ਕੇ। and I stopped to quieten him, ਤੇ ਮੈਂ ਉੱਥੇ ਹੀ ਰੁਕ ਗਿਆ ਉਸਨੂੰ ਚੁੱਪ ਕਰਾਉਣ ਲਈ। when I got to the head of the lane, ਜਦੋਂ ਮੈਂ ਵੀ ਉਸ ਕੂਚੇ ਦੇ ਇੱਕ ਸਿਰੇ ਤੇ ਪਹੁੰਚਿਆ, I saw the ਸ਼ਾਹੂਕਾਰ with one end of the scale in which he had been weighing grain, ਮੈਂ ਦੇਖਿਆ ਉੱਥੇ ਸ਼ਾਹੂਕਾਰ ਜਿਸਨੇ ਆਪਣੇ ਇੱਕ ਹੱਥ ਵਿੱਚ ਉਹ ਤਕੜੀ ਫੜੀ ਹੋਈ ਸੀ ਜਿਹਦੇ ਵਿੱਚ ਕਿ ਉਹ ਅਨਾਜ ਤੋਲ ਰਿਹਾ ਸੀ, lifted in one hand, abusing ਚੰਦੂ in the foulest way, ਤੇ ਨਾਲ ਉਹ ਚੰਦੂ ਨੂੰ ਬੜੀ ਬੁਰੀ ਤਰੀਕੇ ਦੇ ਨਾਲ ਗਾਲਾਂ ਕੱਢ ਰਿਹਾ ਸੀ। you little swine, ਤੂੰ ਛੋਟੇ ਸੂਰ, you go disguising yourself as a clown, ਤੂੰ ਜਿਹੜਾ ਭੇਸ ਬਣਾਇਆ ਹੋਇਆ ਇੱਕ ਜੋਕਰ ਦੀ ਤਰ੍ਹਾਂ, when you ought to be bearing your responsibilities, ਜਦ ਕਿ ਤੈਨੂੰ ਆਪਣੀ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ ਹਨ, and looking after your old mother, ਅਤੇ ਤੈਨੂੰ ਆਪਣੀ ਬੁੱਢੀ ਮਾਤਾ ਦੀ ਦੇਖਭਾਲ ਕਰਨੀ ਚਾਹੀਦੀ ਹੈ। you go wearing the defiled clothes of the hospital folk, ਤੂੰ ਹਸਪੀਟਲ ਦੇ ਕਰਮਚਾਰੀਆਂ ਦੇ ਭ੍ਰਿਸ਼ਟ ਹੋਏ ਕੱਪੜੇ, ਅਪਵਿੱਤਰ ਕੱਪੜੇ
ਪਹਿਨਦਾ ਹੈ? ਗੋ ਐਂਡ ਕਮ ਬੈਕ ਇਨ ਯੂਰ ਓਨ ਕਲੋਥਸ, ਤੂੰ ਜਾ ਅਤੇ ਆਪਣੇ ਕੱਪੜੇ ਪਾ ਕੇ ਆ। ਦੈਨ ਆਈ ਸ਼ੈਲ ਲੈਟ ਯੂ ਕੱਟ ਮਾਈ ਹੇਅਰ, ਤਾਂ ਹੀ ਤੈਨੂੰ ਮੈਂ ਆਪਣੇ ਵਾਲ ਕੱਟਣ ਦੀ ਇਜਾਜ਼ਤ ਦੇਵਾਂਗਾ। ਐਂਡ ਐਜ਼ ਹੀ ਸੈਡ ਸੋ ਹੀ ਫੈਲਟ ਫॉर द ਰਿਚੁਅਲ ਟਫਟ ਨੋਟ ਔਨ ਟॉप ਆਫ ਹਿਸ ਹੈਡ। ਤੇ ਉਸਨੇ ਇਹ ਸਾਰੀਆਂ ਗੱਲਾਂ ਆਪਣੇ ਵਾਲਾਂ ਦੀ ਚੋਟੀ ਨੂੰ ਹੱਥ ਲਾਉਂਦੇ ਹੋਏ ਉਸਨੇ ਕਿਹਾ। ਚੰਦੂ ਲੁਕਡ ਵੈਰੀ ਕ੍ਰੈਸਟਫਾਲਨ, ਚੰਦੂ ਹੁਣ ਬਹੁਤ ਦੁਖੀ ਸੀ, ਬਹੁਤ ਪਰੇਸ਼ਾਨ ਸੀ, ਬਹੁਤ ਉਸਨੂੰ ਝਟਕਾ ਲੱਗਿਆ ਸੀ। ਐਂਡ ਰੈਨ ਇਨ ਅ ਵਾਈਲਡ ਰੇਜ ਪਾਸਟ ਮੀ, ਅਤੇ ਉਹ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਮੇਰੇ ਕੋਲੋਂ ਲੰਘਿਆ। ਐਜ਼ ਇਫ ਆਈ ਹੈਡ ਬੀਨ ਰਿਸਪੋਂਸਿਬਲ ਫॉर these mishaps, ਕਿ ਜਿੱਦਾਂ ਇਹਨਾਂ ਸਾਰੀਆਂ ਅਨਹੋਣੀਆਂ ਦਾ ਮੈਂ ਜ਼ਿੰਮੇਵਾਰ ਹੋਵਾਂ। ਐਂਡ ਆਈ ਨੀਅਰਲੀ ਕ੍ਰਾਈਡ, ਅਤੇ ਮੈਂ ਲਗਭਗ ਰੋ ਹੀ ਪਿਆ ਸੀ, ਟੂ ਥਿੰਕ, ਇਹ ਸੋਚ ਕੇ, that he hated me now, ਕਿ ਉਹ ਹੁਣ ਮੇਰੇ ਨਾਲ ਨਫ਼ਰਤ ਕਰਦਾ ਹੈ। just because, ਸਿਰਫ ਇਸ ਕਰਕੇ, I belonged to a superior caste, ਕਿ ਮੈਂ ਇੱਕ ਉੱਚੀ ਜ਼ਾਤ ਨਾਲ ਸੰਬੰਧ ਰੱਖਦਾ ਸੀ। go to ਪੰਡਿਤ ਪਰਮਾਨੰਦ, ਤੂੰ ਪੰਡਿਤ ਪਰਮਾਨੰਦ ਕੋਲ ਜਾ। I shouted after him, ਮੈਂ ਉਹਦੇ ਮਗਰ ਉਹਨੂੰ ਚਿਲਾ ਕੇ ਕਿਹਾ। and tell him, ਅਤੇ ਉਹਨੂੰ ਦੱਸ, that these garments you are wearing are not unclean, ਕਿ ਜਿਹੜੇ ਕੱਪੜੇ ਤੂੰ ਪਾਏ ਹੋਏ ਹਨ ਉਹ unclean ਨਹੀਂ ਹਨ, ਭਾਵ ਮੈਲੇ ਨਹੀਂ ਹਨ। oh so you are in league with him, said ਪੰਡਿਤ ਪਰਮਾਨੰਦਮ। ਪੰਡਿਤ ਪਰਮਾਨੰਦਮ ਨੇ ਕਿਹਾ ਕਿ ਤੂੰ ਵੀ ਉਹਦੇ ਨਾਲ ਮਿਲਿਆ ਹੋਇਆ ਹੈ। emerging from the landlord's home, ਪੰਡਿਤ ਪਰਮਾਨੰਦਮ ਨੇ ਜ਼ਿਮੀਦਾਰ ਦੇ ਘਰੋਂ ਬਾਹਰ ਨਿਕਲਦੇ ਹੋਏ ਮੈਨੂੰ ਇਹ ਗੱਲ ਕਹੀ। where he had been apparently summoned to discuss this unholy emergency, ਜਿੱਥੇ ਕਿ ਪੰਡਿਤ ਪਰਮਾਨੰਦ ਨੂੰ ਬੁਲਾਇਆ ਗਿਆ ਸੀ ਇਸ ਅਪਵਿੱਤਰ ਆਪਾਤਕਾਲੀਨ, ਭਾਵ ਐਮਰਜੈਂਸੀ ਦੇ ਜੋ ਹਾਲਾਤ ਬਣ ਗਏ ਸੀ ਉਸ ਨੂੰ ਡਿਸਕਸ ਕਰਨ ਲਈ। ਭਾਵ ਚੰਦੂ ਜੋ ਉੱਚੀਆਂ ਜਾਤਾਂ ਵਾਲਿਆਂ ਦੇ ਕੱਪੜੇ ਪਾ ਕੇ ਫਿਰਦਾ ਪਿਆ ਸੀ, ਉਸ ਚੀਜ਼ ਨੂੰ ਡਿਸਕਸ ਕਰਨ ਲਈ ਜ਼ਿਮੀਦਾਰ ਨੇ ਪੰਡਿਤ ਪਰਮਾਨੰਦ ਨੂੰ ਬੁਲਾਇਆ। ਤੇ ਉਸ ਮੀਟਿੰਗ ਤੋਂ ਬਾਅਦ ਪੰਡਿਤ ਪਰਮਾਨੰਦ ਜਦੋਂ ਬਾਹਰ ਨਿਕਲਦੇ ਹਨ ਤਾਂ ਉਹ ਮੈਨੂੰ ਕਹਿੰਦੇ ਹਨ ਕਿ ਤੂੰ ਵੀ ਚੰਦੂ ਨਾਲ ਮਿਲ ਗਿਆ ਹੈ। You boys have been spoiled by the school education which you have got, ਤੁਸੀਂ ਲੜਕੇ ਜਿਹੜੀ ਤੁਹਾਨੂੰ ਸਕੂਲੋਂ ਐਜੂਕੇਸ਼ਨ ਮਿਲ ਰਹੀ ਹੈ ਉਹਨੂੰ ਪ੍ਰਾਪਤ ਕਰਕੇ ਤੁਸੀਂ ਖਰਾਬ ਹੋ ਗਏ ਹੋ। It may be all right for you to wear those things, ਤਾਂ ਪੰਡਿਤ ਪਰਮਾਨੰਦ ਨੇ ਮੈਨੂੰ ਕਿਹਾ ਕਿ ਤੇਰੇ ਲਈ ਤਾਂ ਠੀਕ ਹੈ ਇਹੋ ਜਿਹੀਆਂ ਚੀਜ਼ਾਂ ਪਹਿਨਣੀਆਂ, because you are going to be a learned man, ਕਿਉਂਕਿ ਤੂੰ ਇੱਕ ਪੜ੍ਹਿਆ ਲਿਖਿਆ ਵਿਅਕਤੀ ਬਣਨ ਜਾ ਰਿਹਾ ਹੈ। But what right has that low caste boy to such apparel, ਪਰ ਉਸ ਨੀਵੀਂ ਜਾਤ ਦੇ ਲੜਕੇ ਨੂੰ ਕੀ ਅਧਿਕਾਰ ਹੈ ਕਿ ਉਹ ਇਹੋ ਜਿਹੇ ਕੱਪੜੇ ਪਾਵੇ। He has got to touch our beards, our head and our hands, ਉਸਨੇ ਸਾਡੀ ਦਾੜੀ ਦੇ ਵਾਲਾਂ ਨੂੰ ਹੱਥ ਲਾਉਣਾ ਹੁੰਦਾ ਹੈ, ਸਾਡੇ ਸਿਰ ਅਤੇ ਸਾਡੇ ਹੱਥਾਂ ਨੂੰ ਉਸਨੇ ਛੂਣਾ ਹੁੰਦਾ ਹੈ। He is defiled enough by God, ਉਸਨੂੰ ਤਾਂ ਪਰਮਾਤਮਾ ਵੱਲੋਂ ਪਹਿਲਾਂ ਹੀ ਭ੍ਰਸ਼ਟ ਕਰਕੇ ਭੇਜਿਆ ਗਿਆ ਹੈ। Why does he want to become more defiled, ਉਹ ਹੋਰ ਹੁਣ ਕਿਉਂ ਭ੍ਰਸ਼ਟ ਹੋਣਾ ਚਾਹੁੰਦਾ ਹੈ। You are a high caste boy, ਤੂੰ ਉੱਚੀ ਜਾਤੀ ਦਾ ਲੜਕਾ ਹੈ। And he is a low caste devil, ਅਤੇ ਉਹ ਨੀਵੀਂ ਜਾਤੀ ਦਾ ਸ਼ੈਤਾਨ। He is a rogue, ਉਹ ਬਦਮਾਸ਼ ਹੈ। ਚੰਦੂ had heard this, ਚੰਦੂ ਇਹ ਸਭ ਕੁਝ ਸੁਣ ਚੁੱਕਾ ਸੀ। He did not look back and ran in a flurry, ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਬਹੁਤ ਕਾਹਲੀ ਦੇ ਨਾਲ, ਉਤੇਜਨਾ ਦੇ ਨਾਲ, ਫਲਰੀ ਦੇ ਨਾਲ ਉਹ ਚਲਾ ਗਿਆ। As if he was set on some purpose, ਕਿ ਜਿੱਦਾਂ ਉਹ ਕਿਸੇ ਉਦੇਸ਼ ਮਗਰ ਲੱਗ ਗਿਆ ਹੋਵੇ, which occupied him, ਜਿਸ ਨੇ ਉਸ ਉੱਤੇ ਬਹੁਤ ਚੰਗਾ ਪ੍ਰਭਾਵ ਪਾਇਆ, ਜੋ ਉਸ ਉੱਤੇ ਛਾ ਗਿਆ ਹੋਵੇ। more than the abuse, ਤੇ ਸ਼ਾਇਦ ਉਸ ਗਾਲੀ ਗਲੋਚ ਤੋਂ ਵੀ ਜ਼ਿਆਦਾ ਕੋਈ ਗੱਲ ਉਸਦੇ ਦਿਮਾਗ ਵਿੱਚ ਆ ਗਈ ਸੀ ਜੋ ਉਸ ਤੇ ਹਾਵੀ ਹੋ ਗਈ ਸੀ, which had been the cause of his flight, ਜਿਹੜੀ ਕਿ ਉਸ ਦੇ ਉੱਥੋਂ ਚਲੇ ਜਾਣ ਦਾ ਕਾਰਨ ਬਣੀ। my mother called to me, ਮੇਰੀ ਮਾਂ ਨੇ ਮੈਨੂੰ ਬੁਲਾਇਆ। ਸੋ ਇੱਥੇ ਜਿੱਥੇ ਵੀ ਆਈ ਜਾਂ ਮਾਈ ਦੀ ਵਰਤੋਂ ਹੋ ਰਹੀ ਹੈ ਉਹ ਆਥਰ ਆਪਣੇ ਵਾਸਤੇ ਕਰ ਰਿਹਾ ਜੋ ਇਸ ਕਹਾਣੀ ਨੂੰ ਬਿਆਨ ਕਰ ਰਿਹਾ। ਸੋ ਆਥਰ ਕਹਿ ਰਿਹਾ ਹੈ ਕਿ ਮੇਰੇ ਮਾਤਾ ਜੀ ਨੇ ਮੈਨੂੰ ਬੁਲਾਇਆ ਐਂਡ ਸੈਡ, ਅਤੇ ਮੈਨੂੰ ਕਿਹਾ ਇਟ ਵਾਸ ਟਾਈਮ ਫॉर ਮੀ ਟੂ ਈਟ, ਕਿ ਇਹ ਮੇਰੇ ਖਾਣੇ ਦਾ ਟਾਈਮ ਹੈ, ਐਂਡ ਗੋ ਟੂ ਸਕੂਲ, ਅਤੇ ਸਕੂਲ ਜਾਣ ਦਾ, ਔਰ ਆਈ ਸ਼ੁੱਡ ਬੀ ਲੇਟ, ਨਹੀਂ ਤਾਂ ਮੈਂ ਲੇਟ ਹੋ ਜਾਵਾਂਗਾ। ਐਂਡ ਸ਼ੀ ਕੁਡ ਨੋਟ ਰੈਜ਼ਿਸਟ, ਅਤੇ ਉਹ ਰੋਕ ਨਹੀਂ ਸਕੀ ਦਾ ਟੈਂਪਟੇਸ਼ਨ, ਆਪਣੇ ਅੰਦਰ ਪੈਦਾ ਹੋਏ ਤਣਾਵ ਨੂੰ, ਟੂ ਲੈਕਚਰ ਮੀ ਅਗੇਨ, ਮੈਨੂੰ ਦੁਬਾਰਾ ਲੈਕਚਰ ਸੁਣਾਉਣ ਤੋਂ, ਅਬਾਊਟ ਮਾਈ ਐਸੋਸੀਏਟਿੰਗ, ਮੇਰੇ ਸਾਥ ਬਾਰੇ, ਵਿਦ ਦਾ ਬਾਬਰ ਬॉय, ਉਸ ਨਾਈ ਲੜਕੇ ਨਾਲ ਮੇਰੇ ਸਾਥ ਬਾਰੇ ਉਹ ਮੈਨੂੰ ਲੈਕਚਰ ਦੇਣ ਤੋਂ ਰੋਕ ਨਹੀਂ ਸਕੀ, ਭਾਵ ਉਸਨੇ ਮੈਨੂੰ ਫਿਰ ਲੈਕਚਰ ਦਿੱਤਾ।
but I was very disturbed about Chandu's fate all day. ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਚੰਦੂ ਦੀ ਕਿਸਮਤ ਨੂੰ ਲੈ ਕੇ ਸਾਰਾ ਦਿਨ। And on my way back from school, ਅਤੇ ਸਕੂਲ ਤੋਂ ਘਰ ਵਾਪਸੀ ਵੇਲੇ I called in at the hovel where he lived with his mother. ਮੈਂ ਉਸ ਹੋਵਲ ਭਾਵ ਛੋਟੀ ਜਿਹੀ ਝੌਂਪੜੀ ਵਿੱਚ ਗਿਆ ਜਿੱਥੇ ਕਿ ਚੰਦੂ ਆਪਣੀ ਮਾਂ ਨਾਲ ਰਹਿੰਦਾ ਸੀ। His mother was well known for a cantankerous old woman. ਉਸਦੇ ਮਾਤਾ ਜੀ ਇੱਕ ਬਜ਼ੁਰਗ ਝਗੜਾਲੂ ਔਰਤ ਵਜੋਂ ਜਾਣੇ ਜਾਂਦੇ ਸਨ because she a low caste woman, ਕਿਉਂਕਿ ਉਹ ਇੱਕ ਨੀਵੀਂ ਜਾਤੀ ਦੀ ਔਰਤ dared to see the upper caste people, ਉਹ ਉੱਚੀ ਜਾਤ ਦੇ ਲੋਕਾਂ ਨੂੰ ਇਸ ਤਰ੍ਹਾਂ ਦੇਖਣ ਦੀ ਹਿੰਮਤ ਕਰਦੀ ਸੀ as they never dared to see themselves, ਜਿੱਦਾਂ ਕਿ ਉਹ ਉੱਚੀ ਜਾਤ ਦੇ ਲੋਕਾਂ ਨੇ ਕਦੀ ਆਪਣੇ ਆਪ ਨੂੰ ਨਾ ਦੇਖਿਆ ਹੋਵੇ। ਭਾਵ ਲੋਕੀ ਸਮਝਦੇ ਸੀ ਕਿ ਉੱਚੀ ਜਾਤ ਦੇ ਹਨ ਪਰ ਉਹ ਕਦੀ ਵੀ ਉਹਨਾਂ ਨੂੰ ਉਸ ਤਰ੍ਹਾਂ ਦਾ ਉੱਚਾ ਨਹੀਂ ਸਮਝਦੀ ਸੀ, ਭਾਵ ਉਹਨਾਂ ਨੂੰ ਉਹਨਾਂ ਆਦਰ ਸਨਮਾਨ ਨਹੀਂ ਦਿੰਦੀ ਸੀ। She was always very kind to me, ਉਹ ਹਮੇਸ਼ਾ ਮੇਰੇ ਲਈ ਦਿਆਲੂ ਸੀ। though she spoke to me too in a bantering manner, ਭਾਵੇਂ ਉਹ ਮੇਰੇ ਨਾਲ ਵੀ ਬੜੇ ਵਿਅੰਗਮਈ ਢੰਗ ਨਾਲ ਬੜੇ ਉਪਹਾਸਮਈ ਢੰਗ ਨਾਲ, ਭਾਵ ਮੈਨੂੰ ਜਿਵੇਂ ਕੋਈ ਹਾਸੇ ਮਜ਼ਾਕ ਵਿੱਚ ਲਾ ਕੇ ਗੱਲ ਕਰਨੀ ਉਦਾਂ ਕਈ ਵਾਰ ਉਸ ਤਰੀਕੇ ਨਾਲ ਮੇਰੇ ਨਾਲ ਉਹ ਗੱਲ ਕਰ ਲੈਂਦੇ ਸਨ which she had acquired, ਕਿ ਜਿਸ ਤਰ੍ਹਾਂ ਦਾ ਸੁਭਾਅ ਉਸਨੂੰ ਪ੍ਰਾਪਤ ਹੋਇਆ through the suffering, ਬਹੁਤ ਸਾਰੇ ਦੁੱਖ ਤਕਲੀਫਾਂ ਨੂੰ ਝੇਲ ਕੇ and humiliations, ਅਤੇ ਬਹੁਤ ਸਾਰੀ ਸ਼ਰਮਿੰਦਗੀ ਨੂੰ of 60 odd years, ਕਿ ਉਹ 60 ਅਜੀਬ ਜਿਹੇ ਸਾਲਾਂ ਦੇ ਦੁੱਖ ਤਕਲੀਫ ਅਤੇ ਸ਼ਰਮਿੰਦਗੀ ਨੂੰ ਝੇਲ ਕੇ ਉਸ ਦਾ ਸੁਭਾਅ ਇਹੋ ਜਿਹਾ ਹੋ ਗਿਆ ਸੀ। Turning to me she said, ਮੇਰੇ ਵੱਲ ਮੁੜਦਿਆਂ ਉਸਨੇ ਕਿਹਾ well you have come have you to look for your friend, ਖੈਰ ਤੂੰ ਆਇਆ ਤਾਂ ਹੈ ਹਨਾ ਤੇ ਆਪਣੇ ਦੋਸਤ ਨੂੰ ਮਿਲਣ ਆਇਆ ਹੈ। If your mother knew that, ਜੇ ਤੇਰੀ ਮੰਮੀ ਨੂੰ ਪਤਾ ਲੱਗਿਆ you are here, ਕਿ ਤੂੰ ਇੱਥੇ ਹੈ, she would scratch my eyes out, ਤਾਂ ਮੇਰੀਆਂ ਅੱਖਾਂ ਬਾਹਰ ਕੱਢ ਦੇਗੀ for casting my evil eye, ਕਿ ਮੈਂ ਆਪਣੀ ਮਨਹੂਸ ਨਜ਼ਰ ਮਾੜੀ ਨਜ਼ਰ on your sweet face, ਤੇਰੇ ਸੁੰਦਰ ਚਿਹਰੇ ਤੇ ਪਾਈ ਹੈ। and you, ਅਤੇ ਤੂੰ are you as innocent, ਕਿ ਤੂੰ ਇੰਨਾ ਹੀ ਭੋਲਾ ਹੈ as you look, ਜਿੱਦਾਂ ਤੂੰ ਦਿਸਦਾ ਹੈ, ਔਰ ਜਾਂ are you a sneaking ਹੁੰਦਾ ਭੇਸ ਵਟਾਣਾ ਯਾਨੀ ਅੰਦਰੋਂ ਕੁਝ ਹੋਰ ਹੋਣਾ। are you a sneaking little hypocrite like the rest of your lot, ਕਿ ਤੂੰ ਵੀ ਕੋਈ ਭੇਸ ਵਟਾਇਆ ਹੋਇਆ ਪਖੰਡੀ ਹੈ, ਭਾਵ ਤੂੰ ਵੀ ਉੱਪਰੋਂ ਹੋਰ ਤੇ ਅੰਦਰੋਂ ਕੋਈ ਹੋਰ ਹੈ ਜਿੱਦਾਂ ਤੇਰੀ ਜਾਤੀ ਦੇ ਬਾਕੀ ਲੋਕ ਹਨ। where is Chandu then mother, I said, ਤਾਂ ਉਹਦੀਆਂ ਗੱਲਾਂ ਦਾ ਜਵਾਬ ਦਿੱਤੇ ਬਿਨਾਂ ਮੈਂ ਉਸਨੂੰ ਕਿਹਾ ਕਿ ਮਾਤਾ ਜੀ ਫਿਰ ਚੰਦੂ ਕਿੱਥੇ ਹੈ। I don't know son, ਮੈਨੂੰ ਨਹੀਂ ਪਤਾ ਬੇਟੇ, she said, ਉਸਨੇ ਕਿਹਾ now in a sincere simple manner, ਤਾਂ ਉਸਨੇ ਬੜੇ ਇੱਕ ਵਾਜਬ ਜੇ ਸਧਾਰਨ ਤਰੀਕੇ ਨਾਲ ਕਿਹਾ he went up town way, ਉਹ ਸ਼ਹਿਰ ਨੂੰ ਜਾਣ ਵਾਲੇ ਰਸਤੇ ਵੱਲ ਗਿਆ ਹੈ and says, ਅਤੇ ਕਹਿੰਦਾ he earned some money shaving people on the road side, ਕਿ ਉਸਨੇ ਕੁਝ ਪੈਸੇ ਸੜਕ ਦੀ ਇੱਕ ਸਾਈਡ ਤੇ ਖੜ ਕੇ ਲੋਕਾਂ ਦੀ ਸ਼ੇਵ ਕਰਕੇ ਕਮਾਏ ਹਨ। I don't know what he is up to, ਉਹਨਾਂ ਗਾਹਕਾਂ ਨੂੰ ਤੰਗ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਉਸਦੇ ਪਿਤਾ ਨੇ ਸੇਵਾ ਕੀਤੀ ਹੈ। he is a child, ਉਹ ਇੱਕ ਬੱਚਾ ਤਾਂ ਹੈ and gets funny notions into his head, ਅਤੇ ਕਈ ਤਰ੍ਹਾਂ ਦੀਆਂ ਹਾਸੋਹੀਣੀਆਂ ਧਾਰਨਾਵਾਂ ਉਹ ਆਪਣੇ ਦਿਮਾਗ ਵਿੱਚ ਬਿਠਾ ਲੈਂਦਾ ਹੈ। and they ought not to be angry with him, ਅਤੇ ਵੱਡੇ ਲੋਕਾਂ ਨੂੰ ਉਸ ਨਾਲ ਗੁੱਸੇ ਨਹੀਂ ਹੋਣਾ ਚਾਹੀਦਾ। he is only a boy, ਉਹ ਇੱਕ ਲੜਕਾ ਹੀ ਤਾਂ ਹੈ। you want to see him and go out playing, ਤੂੰ ਉਸਨੂੰ ਮਿਲਣਾ ਚਾਹੁੰਦਾ ਹੈ ਅਤੇ ਉਸ ਨਾਲ ਖੇਡਣਾ ਚਾਹੁੰਦਾ ਹੈ। I suppose, ਮੈਨੂੰ ਲੱਗਦਾ ਹੈ। very well, ਠੀਕ ਹੈ, I will tell him, ਮੈਂ ਉਸਨੂੰ ਦੱਸ ਦੇਵਾਂਗੀ when he comes, ਜਦੋਂ ਉਹ ਆਉਂਦਾ ਹੈ। he has just gone up the road, ਮੈਨੂੰ ਲੱਗਦਾ ਹੈ ਹੁਣੇ ਹੀ ਉਹ ਸੜਕ ਵੱਲ ਗਿਆ ਹੈ। all right mother, I said and went home, ਤਾਂ ਮੈਂ ਕਿਹਾ ਠੀਕ ਹੈ ਮਾਤਾ ਜੀ, ਅਤੇ ਇੰਨਾ ਕਹਿ ਕੇ ਮੈਂ ਘਰ ਆ ਗਿਆ। ਚੰਦੂ whistled for me that afternoon, ਚੰਦੂ ਨੇ ਉਸ ਦੁਪਹਿਰ ਮੇਰੇ ਲਈ ਸੀਟੀ ਵਜਾਈ in the usual code whistle, ਇਹ ਮੇਰੇ ਅਤੇ ਚੰਦੂ ਦੇ ਵਿਚਕਾਰ ਇੱਕ ਆਮ ਕੋਡ ਸੀ, ਇੱਕ ਗੁਪਤ ਗੱਲ ਸੀ ਕਿ ਵਿਸਲ ਕਰਨਾ which we had arranged, ਜਿਹੜੀ ਕਿ ਅਸੀਂ ਅਰੇਂਜ ਕੀਤੀ ਸੀ to evade, ਬਚਣ ਲਈ the reproaches of interfering elders, ਕਿ ਵੱਡਿਆਂ ਦੀ ਜੋ ਸਾਡੇ ਵਿੱਚ ਦਖਲ ਅੰਦਾਜ਼ੀ ਹੁੰਦੀ ਹੈ ਤੇ ਸਾਡੇ ਮਿਲਣ ਦੀ ਉਹ ਨਿੰਦਾ ਕਰਦੇ ਹਨ, ਤੇ ਉਹਨਾਂ ਦੀ ਨਿੰਦਾ ਤੋਂ ਬਚਣ ਲਈ ਅਸੀਂ ਇੱਕ ਕੋਡ ਵਿਸਲ ਅਰੇਂਜ ਕੀਤਾ ਸੀ that our association often provoked, ਉਹਨਾਂ ਦੀ ਇਹ ਦਖਲ ਅੰਦਾਜ਼ੀ ਸਾਡੇ ਆਪਸੀ ਮੇਲ ਜੋਲ ਕਰਕੇ ਹੀ ਉਤਪੰਨ ਹੁੰਦੀ ਸੀ। come for a walk to the bazaar, he said, ਤਾਂ ਚੰਦੂ ਨੇ ਮੈਨੂੰ ਕਿਹਾ ਕਿ ਮੇਰੇ ਨਾਲ ਬਾਜ਼ਾਰ ਚੱਲ। I want to talk to you, ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ। and hardly had I joined him, ਅਤੇ ਮੁਸ਼ਕਲ ਦੇ ਨਾਲ ਹੀ ਮੈਂ ਉਹ ਹਜੇ ਉਸ ਦੇ ਨਾਲ ਚੱਲਿਆ ਹੀ ਸੀ when he began, ਜਦੋਂ ਉਸਨੇ ਕਹਿਣਾ ਸ਼ੁਰੂ ਕਰਤਾ do you know, ਕਿ ਤੂੰ ਜਾਣਦਾ I earned a rupee, ਕਿ ਮੈਂ 1 ਰੁਪਇਆ ਕਮਾਇਆ ਹੈ shaving and hair cutting near the court this morning,
ਕਿ ਮੈਂ ਕਚਹਿਰੀਆਂ ਦੇ ਕੋਲ ਬੈਠ ਕੇ ਹੇਅਰ ਕਟਿੰਗ ਕਰਕੇ ਇਸ ਸਵੇਰ 1 ਰੁਪਇਆ ਕਮਾਇਆ ਹੈ। If I hadn't had to come back on the back bar of ਹੁਕਮ ਚੰਦ carriage early in the afternoon, ਕਿ ਜੇ ਮੈਨੂੰ ਦੁਪਹਿਰ ਨੂੰ ਹੁਕਮ ਚੰਦ ਜੀ ਦੀ ਉਸ ਘੋੜਾ ਗੱਡੀ ਦੇ ਪਿੱਛੇ ਫੁੱਟ ਰੈਸਟ ਤੇ ਖੜੇ ਹੋ ਕੇ ਜਲਦੀ ਵਾਪਸ ਨਾ ਆਣਾ ਹੁੰਦਾ, I should have earned more, ਤਾਂ ਮੈਂ ਹੋਰ ਪੈਸੇ ਵੀ ਕਮਾ ਲੈਣੇ ਸਨ। But I am going to teach these orthodox idiots a lesson, ਪਰ ਮੈਂ ਇਹਨਾਂ ਪੜ੍ਹੇ ਲਿਖੇ ਮੂਰਖਾਂ ਨੂੰ ਇੱਕ ਲੈਸਨ ਸਿਖਾਉਣਾ ਚਾਹੁੰਦਾ ਹਾਂ। I am going on strike, ਮੈਂ ਹੜਤਾਲ ਤੇ ਜਾ ਰਿਹਾ ਹਾਂ। I shall not go to their houses to attend to them, ਮੈਂ ਉਹਨਾਂ ਦੇ ਘਰਾਂ ਵਿੱਚ ਨਹੀਂ ਜਾਵਾਂਗਾ ਉਹਨਾਂ ਨੂੰ ਅਟੈਂਡ ਕਰਨ ਲਈ, ਭਾਵ ਉਹਨਾਂ ਦੀ ਸ਼ੇਵ ਕਰਨ ਲਈ। I am going to buy a Japanese bicycle, ਮੈਂ ਇੱਕ ਜਾਪਾਨੀ ਬਾਈਸਾਈਕਲ ਖਰੀਦਣ ਜਾ ਰਿਹਾ ਹਾਂ। From the gambling son of ਲਾਲਾ ਹੁਕਮ ਚੰਦ for 5 rupees, ਲਾਲਾ ਹੁਕਮ ਚੰਦ ਦੇ ਜੁਆਰੀਏ ਮੁੰਡੇ ਕੋਲ 5 ਰੁਪਏ ਵਿੱਚ। And I shall learn to ride it, ਅਤੇ ਮੈਂ ਇਸ ਨੂੰ ਚਲਾਉਣਾ ਸਿੱਖਾਂਗਾ। And I will go to town on it every day, ਅਤੇ ਮੈਂ ਰੋਜ਼ ਸ਼ਹਿਰ ਇਸ ਉੱਤੇ ਬੈਠ ਕੇ ਜਾਵਾਂਗਾ। Won't I look grand riding on a bicycle with my overcoat, my black leather shoes and a white turban on my head, ਕੀ ਮੈਂ ਸ਼ਾਨਦਾਰ ਨਹੀਂ ਲੱਗਾਂਗਾ ਸਾਈਕਲ ਤੇ ਬੈਠ ਕੇ ਆਪਣਾ ਓਵਰਕੋਟ ਪਾ ਕੇ ਆਪਣੇ ਬਲੈਕ ਲੈਦਰ ਸ਼ੂਜ਼ ਦੇ ਨਾਲ, ਅਤੇ ਚਿੱਟੀ ਪਗੜੀ ਮੇਰੇ ਸਿਰ ਤੇ ਹੋਏਗੀ। Especially as there is a peg in front of the two-wheeled carriage, two-wheeled carriage means ਸਾਈਕਲ, ਕਿ ਖਾਸ ਕਰਕੇ ਉਸ ਸਾਈਕਲ ਦੇ ਅੱਗੇ ਇੱਕ ਕਿੱਲ ਲੱਗਿਆ ਹੋਇਆ ਹੈ for hanging my tool bag, ਮੇਰੇ ਟੂਲ ਬੈਗ ਨੂੰ ਟੰਗਣ ਲਈ। Yes, I agreed, ਹਾਂ ਮੈਂ ਸਹਿਮਤ ਹਾਂ। Greatly thrilled, ਬਹੁਤ ਚੰਗੀ ਤਰ੍ਹਾਂ ਮੈਂ ਉਤਸ਼ਾਹਿਤ ਹੋਇਆ। Not because I imagined the glory of ਚੰਦੂ seated on a bicycle, ਚੰਦੂ ਦੀ ਸਾਈਕਲ ਤੇ ਬੈਠੇ ਹੋਏ ਸ਼ਾਨੋ ਸ਼ੌਕਤ ਨੂੰ ਇਮੇਜਿਨ ਕਰਕੇ ਨਹੀਂ, but because I felt myself nearer the goal of my own ambition, ਪਰ ਮੈਂ ਇਸ ਕਰਕੇ ਵੀ thrilled ਹੋ ਗਿਆ, ਉਤਸ਼ਾਹਿਤ ਹੋ ਗਿਆ, ਕਿਉਂਕਿ ਮੈਂ ਆਪਣੇ ਆਪ ਨੂੰ ਆਪਣੀ ਇੱਕ ਇੱਛਾ ਦੇ ਨੇੜੇ ਪਾਇਆ। Since I felt that if ਚੰਦੂ acquired a bicycle, ਮੈਂ ਤਾਂ ਬਲਕਿ ਇਹ ਸੋਚਿਆ ਕਿ ਜੇ ਚੰਦੂ ਨੂੰ ਸਾਈਕਲ ਮਿਲਦਾ ਹੈ, he would at least let me ride, ਤਾਂ ਉਹ ਮੈਨੂੰ ਰਾਈਡ ਕਰਨ ਦੇਗਾ, ਸਵਾਰੀ ਕਰਨ ਦੇਗਾ to town, ਸ਼ਹਿਰ ਤੱਕ, on the elongated bolt at the back wheel, ਕਿ ਜਿਹੜੇ ਪਿਛਲੇ ਚੱਕੇ ਤੇ ਉੱਤੇ elongated bolt, elongated ਹੁੰਦਾ ਲੰਬਾ, bolt ਯਾਨੀ ਕਰੀਅਰ, ਕਿ ਜਿਹੜਾ ਪਿਛਲੇ ਚੱਕੇ ਉੱਤੇ ਇੱਕ ਲੰਬਾ ਕਰੀਅਰ ਲੱਗਿਆ ਹੁੰਦਾ ਹੈ, ਮੈਨੂੰ ਉਸ ਉੱਤੇ ਬਿਠਾ ਕੇ ਔਰ on the front bar ਜਾਂ ਅਗਲੇ ਡੰਡੇ ਤੇ ਬਿਠਾ ਕੇ ਮੈਨੂੰ ਉਹ ਸ਼ਹਿਰ ਲੈ ਜਾਏਗਾ। If he didn't let me learn to ride myself, ਜੇ ਉਸਨੇ ਮੈਨੂੰ ਆਪਣੇ ਆਪ ਸਾਈਕਲ ਸਿੱਖਣ ਲਈ ਨਾ ਵੀ ਦਿੱਤੀ, and lend me the machine every now and then, ਤਾਂ ਵੀ ਉਹ ਫਿਰ ਹੁਣ ਜਾਂ ਬਾਅਦ ਵਿੱਚ ਮੈਨੂੰ ਲਿਫਟ ਤਾਂ ਦੇ ਹੀ ਰਹੇਗਾ। ਚੰਦੂ negotiated the deal about the bicycle with an assurance, ਚੰਦੂ ਨੇ ਇਸ ਦ੍ਰਿੜਤਾ ਦੇ ਨਾਲ ਉਸ ਸਾਈਕਲ ਦੇ ਸੌਦੇ ਵਿੱਚ ਮੋਲ ਭਾਵ ਕੀਤਾ that seemed to me a revelation of his capacity for business, ਜਿਹਦੇ ਨਾਲ ਮੇਰੇ ਸਾਹਮਣੇ ਉਸ ਦੀ ਬਿਜ਼ਨਸ ਕਰਨ ਦੀ ਸਮਰੱਥਾ ਵੀ ਪ੍ਰਗਟ ਹੋਈ। Such as I had never suspected in him, ਉਸਨੇ ਇਸ ਤਰ੍ਹਾਂ ਬਿਜ਼ਨਸ ਦੇ ਵਿੱਚ ਮੋਲ ਭਾਵ ਕੀਤਾ ਕਿ ਮੈਨੂੰ ਤਾਂ ਉਸਦੀ ਬਿਜ਼ਨਸ ਕਪੈਸਿਟੀ ਬਾਰੇ ਜ਼ਰਾ ਜਿੰਨਾ ਜਿਹਾ ਅੰਦਾਜ਼ਾ ਵੀ ਨਹੀਂ ਹੋਇਆ ਸੀ ਕਿ ਉਹ ਬਿਜ਼ਨਸ ਕਰ ਸਕਦਾ ਹੈ, ਕਦੀ ਸ਼ੱਕ ਵੀ ਨਹੀਂ ਪਿਆ ਸੀ। ਸਸਪੈਕਟ ਹੁੰਦਾ ਸ਼ੱਕ ਹੋਣਾ, ਤੇ ਸ਼ੱਕ ਕਿਉਂ ਨਹੀਂ ਪਿਆ ਸੀ? From the reckless way he spent his money, ਕਿਉਂਕਿ ਉਹ ਬੜੇ ਲਾਪਰਵਾਹ ਤਰੀਕੇ ਦੇ ਨਾਲ ਆਪਣਾ ਪੈਸਾ ਖਰਚ ਕਰਦਾ ਸੀ। And then he said to me in a confidential voice, ਤਾਂ ਉਹਨੇ ਇੱਕ ਬੜੇ ਰਾਜ਼ਮਈ ਢੰਗ ਨਾਲ ਮੈਨੂੰ ਕਿਹਾ, you wait for another day or two, ਤੂੰ ਇੱਕ ਦਿਨ ਜਾਂ 2 ਦਿਨ ਹੋਰ ਰੁਕ, I shall show you something, ਮੈਂ ਤੈਨੂੰ ਕੁਝ ਇਹੋ ਜਿਹੀ ਚੀਜ਼ ਦਿਖਾਵਾਂਗਾ which will make you laugh, ਜਿਹੜੀ ਤੈਨੂੰ ਹਸਾ ਦੇਵੇਗੀ, as you have never laughed before, ਤੇ ਨਾ ਹਸਾਏਗੀ ਜਿੰਨਾ ਤੂੰ ਅੱਜ ਤੱਕ ਕਦੀ ਵੀ ਨਾ ਹੱਸਿਆ ਹੋਵੇ। Tell me now, ਤੂੰ ਮੈਨੂੰ ਹੁਣੇ ਦੱਸ, I insisted, ਮੈਂ ਜ਼ੋਰ ਪਾ ਕੇ ਕਿਹਾ, with an impatience sharpened by the rhythm of the excitement, ਬੇਸਬਰੀ ਦੇ ਨਾਲ, ਉਹ ਬੇਸਬਰੀ ਜਿਹੜੀ ਕਿ ਮੇਰੀ excitement ਦੇ ਨਾਲ, ਮੇਰੀ ਉਤੇਜਨਾ ਦੇ ਨਾਲ ਹੋਰ ਸ਼ਾਰਪ ਹੋ ਗਈ ਸੀ, ਤਿੱਖੀ ਹੋ ਗਈ ਸੀ, with which the spirit of his adventure filled my being, ਕਿ ਮੇਰੇ ਅੰਦਰ ਪੈਦਾ ਹੋਈ ਉਸ ਬੇਸਬਰੀ ਨੇ, ਉਸ ਦੀ ਸਾਹਸਿਕ ਕੰਮ ਕਰਨ ਵਾਲੀ ਸਪਿਰਿਟ ਨੇ ਮੇਰਾ ਆਪਾ ਭਰ ਦਿੱਤਾ ਸੀ, ਭਾਵ ਮੇਰੀ ਪੇਸ਼ੈਂਸ ਦਾ ਘੜਾ ਭਰ ਦਿੱਤਾ ਸੀ ਕਿ ਹੁਣ ਹੋਰ ਮੇਰੇ 'ਚ ਪੇਸ਼ੈਂਸ ਨਹੀਂ ਰਹੀ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਇਹੋ ਜਿਹੀ ਕਿਹੜੀ ਗੱਲ ਦੱਸਣਾ ਚਾਹੁੰਦਾ ਹੈ, ਕਿਉਂਕਿ ਇਹ ਸਾਰੇ ਸਾਹਸਿਕ ਕੰਮ ਹੀ ਸਨ। ਸਾਈਕਲ ਖਰੀਦਣਾ, ਨਵੇਂ-ਨਵੇਂ ਕੱਪੜੇ ਪਾਉਣਾ, ਬਿਜ਼ਨਸ ਨੂੰ ਨਵੇਂ ਤਰੀਕੇ ਨਾਲ ਦੇਖਣਾ ਤੇ ਇੱਕ ਸੋਸ਼ਲ ਸੈਟਅਪ ਨੂੰ ਚੈਲੰਜ ਕਰਨਾ। ਸੋ ਉਸ ਦੇ ਇਹਨਾਂ ਸਾਹਸਿਕ ਕੰਮਾਂ ਕਰਕੇ ਮੇਰੀ ਆਤਮਾ ਵੀ ਜਿਹੜੀ ਸੀ ਉਤਸ਼ਾਹ ਦੇ ਨਾਲ ਭਰ ਗਈ ਸੀ, ਤੇ ਮੈਂ ਜਾਣਨਾ ਚਾਹੁੰਦਾ ਸੀ ਆਖਿਰ ਉਹ ਕੀ ਮੈਨੂੰ ਦਿਖਾਉਣਾ ਚਾਹੁੰਦਾ ਹੈ। No, you wait, he said, ਤਾਂ ਚੰਦੂ ਨੇ ਕਿਹਾ, ਨਹੀਂ ਤੂੰ ਵੇਟ ਕਰ,
I can only give you a hint at the moment. ਇਸ ਵੇਲੇ ਤਾਂ ਮੈਂ ਤੈਨੂੰ ਸਿਰਫ ਇੱਕ ਹਿੰਟ ਹੀ ਦੇ ਸਕਦਾ ਹਾਂ. It is a secret that only a barber can know. ਇਹ ਇੱਕ ਅਜਿਹਾ ਰਾਜ਼ ਹੈ ਜਿਹੜਾ ਕਿ ਇੱਕ ਨਾਈ ਹੀ ਜਾਣ ਸਕਦਾ ਹੈ. Now let me get on with the job of learning to handle this machine. ਹੁਣ ਮੈਨੂੰ ਇਸ ਮਸ਼ੀਨ ਨੂੰ ਕਿੱਦਾਂ ਹੈਂਡਲ ਕਰਨਾ ਹੈ, ਇਸ ਕੰਮ ਨੂੰ ਸਿੱਖਣ ਵਿੱਚ ਲੱਗਣ ਦੇ. You hold it while I get on it. ਤੂੰ ਇਸ ਸਾਈਕਲ ਨੂੰ ਫੜ ਕੇ ਰੱਖ, ਮੈਂ ਇਹਦੇ ਉੱਤੇ ਚੜਦਾ ਹਾਂ. And I think it will be all right. ਅਤੇ ਮੈਂ ਸੋਚਦਾ ਹਾਂ ਕਿ ਇਹ ਠੀਕ ਹੀ ਹੋਵੇਗਾ. But I said, ਪਰ ਮੈਂ ਕਿਹਾ, this is not the way to learn to ride a bicycle. ਕਿ ਇਹ ਤਰੀਕਾ ਨਹੀਂ ਹੈ ਸਾਈਕਲ ਨੂੰ ਚਲਾਉਣਾ ਸਿੱਖਣ ਦਾ. My father learned to ride from the peg at the back. ਮੇਰੇ ਪਿਤਾ ਜੀ ਨੇ ਇਹ ਸਾਈਕਲ ਚਲਾਉਣਾ ਪਹਿਲਾਂ ਕੈਰੀਅਰ ਤੇ ਬੈਠ ਕੇ ਸਿੱਖਿਆ ਸੀ. ਭਾਵ ਉਹ ਪਿੱਛੇ ਬੈਠ ਕੇ ਚਲਾਉਂਦੇ ਸਨ ਤਾਂ ਕਿ ਉਹਨਾਂ ਦੀਆਂ ਲੱਤਾਂ ਨੀਚੇ ਲੱਗ ਸਕਣ ਤੇ ਉਹ ਗਿਰਨ ਨਾ. And my brother learned to ride by first trying to balance on the pedal. ਅਤੇ ਮੇਰੇ ਬ੍ਰਦਰ ਨੇ ਪੈਡਲ ਉੱਤੇ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕਰਕੇ ਇਹ ਸਾਈਕਲ ਚਲਾਉਣਾ ਸਿੱਖਿਆ. Your father is a top heavy baboon. ਤੇਰੇ ਪਿਤਾ ਜੀ ਇੱਕ ਭਾਰੇ ਸਿਰ ਵਾਲੇ ਬਾਂਦਰ ਦੀ ਤਰ੍ਹਾਂ ਹਨ, said ਚੰਦੂ ਨੇ ਕਿਹਾ. And your brother is a long legged spider. ਅਤੇ ਤੇਰਾ ਭਰਾ ਲੰਬੀਆਂ ਲੱਤਾਂ ਵਾਲੀ ਮੱਕੜੀ ਦੀ ਤਰ੍ਹਾਂ ਹੈ. I, he continued, was born, my mother tells me, upside down. ਕਿ ਮੈਂ, ਤੇ ਉਸਨੇ ਅੱਗੇ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਜਿੱਦਾਂ ਮੇਰੇ ਮੰਮੀ ਕਹਿੰਦੇ ਹਨ ਕਿ ਮੈਂ ਉਲਟਾ ਜੰਮਿਆ ਸੀ ਤੇ ਮੈਂ ਸਾਰੇ ਕੰਮ ਉਲਟੇ ਹੀ ਕਰਦਾ ਹਾਂ. All right, I said. ਤੇ ਨਰੇਟਰ ਕਹਿੰਦਾ ਫਿਰ ਮੈਂ ਕਿਹਾ ਕਿ ਚੱਲ ਠੀਕ ਹੈ, ਜਿੱਦਾਂ ਤੂੰ ਕਹਿੰਦਾ ਮੈਂ ਉਦਾਂ ਕਰ ਲੈਣਾ. And I held the bicycle for him. ਤੇ ਮੈਂ ਉਹਦੇ ਲਈ ਉਸ ਦੀ ਬਾਈਸਾਈਕਲ ਨੂੰ ਫੜ ਲਿਆ. But while my gaze concentrated with admiration on the brilliant sheen of the polished bars. ਪਰ ਮੇਰੀ ਜੋ ਨਿਗਾਹ ਸੀ ਉਸ ਸਾਈਕਲ ਦੀ ਪੋਲਿਸ਼ ਦੀ ਜੋ ਬਿਹਤਰੀਨ ਚਮਕ ਸੀ ਉਸ ਦੀ ਪ੍ਰਸ਼ੰਸਾ ਦੇ ਵਿੱਚ ਟਿਕੀ ਹੋਈ ਸੀ. I lost my grip. ਅਤੇ ਸਾਈਕਲ ਦੀ ਉਸ ਚਮਕ ਦੇ ਵੱਲ ਧਿਆਨ ਕਰਦੇ ਹੋਏ ਮੈਂ ਸਾਈਕਲ ਤੋਂ ਗ੍ਰਿਪ ਗਵਾ ਬੈਠਾ. And ਚੰਦੂ fell on the other side. ਅਤੇ ਚੰਦੂ ਦੂਜੀ ਸਾਈਡ ਗਿਰ ਪਿਆ with the thud. ਧੜਮ ਦੀ ਆਵਾਜ਼ ਦੇ ਨਾਲ along with the machine. ਉਸ ਸਾਈਕਲ ਸਮੇਤ. There were peals of laughter from the shop of the ਸ਼ਾਹੂਕਾਰ. ਤਾਂ ਸ਼ਾਹੂਕਾਰ ਦੀ ਦੁਕਾਨ ਤੋਂ ਜ਼ੋਰ ਦੀ ਹਾਸੇ ਦੀ ਆਵਾਜ਼ ਆਈ, ਭਾਵ ਠਾਕਿਆਂ ਦੀ ਆਵਾਜ਼ ਆਈ. Where several peasants congregated round the figure of the landlord. ਕਿ ਜਿੱਥੇ ਬਹੁਤ ਸਾਰੇ ਕਿਸਾਨ ਉਸ ਜ਼ਿਮੀਦਾਰ ਦੇ ਦੁਆਲੇ ਇਕੱਤਰਿਤ ਹੋਏ ਸਨ. And then the ਸ਼ਾਹੂਕਾਰ could be heard shouting. ਤਾਂ ਅਜਿਹਾ ਸਭ ਕੁਝ ਦੇਖ ਕੇ ਸ਼ਾਹੂਕਾਰ ਉੱਚੀ ਬੋਲਦਾ ਸੁਣਿਆ ਗਿਆ. Serve you right. ਵੀ ਤੇਰੇ ਨਾਲ ਠੀਕ ਹੀ ਹੋਇਆ, ਰੱਬ ਨੇ ਤੇਰੇ ਨਾਲ ਠੀਕ ਹੀ ਕੀਤਾ. You rascally son of the iron age. ਕਿ ਇੱਕ ਬੁਰੇ ਆਦਮੀ ਦੇ ਲੜਕੇ ਤੇ ਪੁਰਾਣੇ ਜ਼ਮਾਨੇ ਦੇ ਲੜਕੇ. Break your bones and die. ਆਪਣੀਆਂ ਹੱਡੀਆਂ ਤੁੜਵਾਓ ਅਤੇ ਮਰ ਜਾਓ. You upstart. ਤੂੰ ਮੂਰਖ. You won't come to your senses otherwise. ਨਹੀਂ ਤਾਂ ਤੈਨੂੰ ਏਦਾਂ ਅਕਲ ਨਹੀਂ ਆਣੀ. ਚੰਦੂ hung his head with shame. ਚੰਦੂ ਨੇ ਸ਼ਰਮ ਨਾਲ ਆਪਣਾ ਸਿਰ ਝੁਕਾ ਲਿਆ. And muttered an oath at me. ਅਤੇ ਬੁੜਬੁੜਾਉਂਦੇ ਹੋਏ ਉਸਨੇ ਮੈਨੂੰ ਬੁਰਾ ਭਲਾ ਕਿਹਾ. You fool. ਤੂੰ ਮੂਰਖ. You are no good. ਤੂੰ ਬਿਲਕੁਲ ਵੀ ਚੰਗਾ ਨਹੀਂ ਹੈ. Though I had thought that he would grip me by the neck. ਹਾਲਾਂਕਿ ਮੈਂ ਸੋਚ ਰਿਹਾ ਸੀ ਕਿ ਉਹ ਤਾਂ ਮੈਨੂੰ ਗਰਦਨ ਤੋਂ ਹੀ ਫੜ ਲਏਗਾ. And give me a good thrashing. ਅਤੇ ਮੇਰੀ ਚੰਗੀ ਪਿਟਾਈ ਕਰੇਗਾ. For being the cause of his discomfiture. ਕਿ ਮੈਂ ਹੀ ਕਾਰਨ ਬਣਿਆ ਸੀ ਉਸ ਨੂੰ ਇਸ ਅਸੁਵਿਧਾ ਵਿੱਚ ਪਾਉਣ ਦਾ. Then he looked at me. ਫਿਰ ਉਸਨੇ ਮੇਰੇ ਵੱਲ ਦੇਖਿਆ. Smiled embarrassedly. ਅਤੇ ਸ਼ਰਮਸਾਰ ਹੁੰਦੇ ਹੋਏ ਉਸਨੇ ਮੇਰੇ ਵੱਲ ਸਮਾਈਲ ਕੀਤੀ. And said. ਅਤੇ ਕਿਹਾ. We will see. ਅਸੀਂ ਦੇਖਾਂਗੇ. Who has the last laugh. I or they. ਕਿ ਅਖੀਰ ਤੇ ਕੌਣ ਹੱਸੇਗਾ, ਮੈਂ ਕਿ ਉਹ ਸਾਰੇ. ਭਾਵ ਉਹ ਇੱਕ ਪੂਰੀ ਵੱਡੀ ਵਾਰ ਜਿੱਤਣਾ ਚਾਹੁੰਦਾ ਸੀ, ਨਾ ਕਿ ਇੱਕ ਛੋਟੀ ਜਿਹੀ ਬੈਟਲ. ਉਹ ਵਾਰ ਜੋ ਉਸਨੇ ਇੱਕ ਸੋਸ਼ਲ ਸੈਟਅਪ ਦੇ ਵਿਰੁੱਧ ਸ਼ੁਰੂ ਕੀਤੀ ਸੀ, ਸੋ ਉਸ ਲਈ ਉਹ ਕਹਿ ਰਿਹਾ ਸੀ ਕਿ ਦੇਖਦੇ ਹਾਂ ਕਿ ਆਖਰੀ ਹਾਸਾ ਕੌਣ ਹੱਸੇਗਾ, ਮੈਂ ਕਿ ਇਹ ਸਾਰੇ. I will hold the machine tightly this time. ਤਾਂ ਨਰੇਟਰ ਨੇ ਉਸਨੂੰ ਕਿਹਾ ਕਿ ਇਸ ਵਾਰ ਮੈਂ ਸਾਈਕਲ ਨੂੰ ਟਾਈਟਲੀ ਫੜਾਂਗਾ. I said earnestly. ਮੈਂ ਪੂਰੇ ਦਿਲ ਨਾਲ ਕਿਹਾ. And I picked it up from where it lay. ਤੇ ਮੈਂ ਉੱਥੋਂ ਸਾਈਕਲ ਚੁੱਕੀ ਜਿੱਥੇ ਉਹ ਗਿਰੀ ਪਈ ਸੀ. Yes, break your bones, you swine, came the landlord's call. ਤੇ ਫਿਰ ਜ਼ਿਮੀਦਾਰ ਦੀ ਦੁਬਾਰਾ ਆਵਾਜ਼ ਆਈ ਕਿ ਹਾਂ ਤੂੰ ਆਪਣੀਆਂ ਹੱਡੀਆਂ ਤੁੜਾ, ਤੂੰ ਸੂਰ. Don't you care, ਚੰਦੂ said to me. ਫਿਰ ਚੰਦੂ
ਨੇ ਮੈਨੂੰ ਕਿਹਾ ਕਿ ਤੂੰ ਜ਼ਿਮੀਂਦਾਰ ਦੀ ਗੱਲ ਵੱਲ ਧਿਆਨ ਨਾ ਦੇ, ਆਈ ਵਿਲ ਸ਼ੋ them, ਮੈਂ ਇਹਨਾਂ ਨੂੰ ਦਿਖਾਵਾਂਗਾ। ਐਂਡ ਹੀ ਮਾਊਂਟਡ ਦ ਬਾਈਸਾਈਕਲ, ਅਤੇ ਇਹਨਾਂ ਕਹਿੰਦੇ ਹੋਏ ਉਹ ਬਾਈਸਾਈਕਲ ਤੇ ਚੜ ਗਿਆ। ਐਜ਼ ਆਈ ਐਗਜ਼ਰਟਡ all my strength, ਤੇ ਮੈਂ ਆਪਣੀ ਪੂਰੀ ਤਾਕਤ ਲਗਾ ਦਿੱਤੀ ਟੂ ਹੋਲਡ ਇਟ ਟਾਈਟ, ਇਸ ਨੂੰ ਮਜ਼ਬੂਤੀ ਨਾਲ ਫੜਨ ਲਈ। then he said let go, ਫਿਰ ਉਸਨੇ ਕਿਹਾ ਇਸ ਨੂੰ ਛੱਡ ਦਿਓ। I released my grip, ਤੇ ਮੈਂ ਆਪਣੀ ਗ੍ਰਿਪ ਜਿਹੜੀ ਸੀ ਰਿਲੀਜ਼ ਕਰਤੀ, ਭਾਵ ਸਾਈਕਲ ਨੂੰ ਛੱਡ ਦਿੱਤਾ। he had pressed the pedal with the downward pressure of his right foot, ਫਿਰ ਉਸਨੇ ਆਪਣੇ ਸੱਜੇ ਪੈਰ ਦੇ ਨਾਲ ਸਾਈਕਲ ਦੇ ਪੈਡਲ ਨੂੰ ਨੀਚੇ ਵੱਲ ਨੂੰ ਪ੍ਰੈਸ਼ਰ ਦਿੰਦੇ ਹੋਏ ਚਲਾਇਆ, ਹਾਰਡ, ਜ਼ੋਰ ਨਾਲ। ਐਂਡ ਐਜ਼ the wheels revolved, ਅਤੇ ਜਿਵੇਂ ਹੀ ਚੱਕੇ ਘੁੰਮੇ he swayed dangerously to one side, ਉਹ ਬੜੀ ਬੁਰੀ ਤਰ੍ਹਾਂ ਇੱਕ ਪਾਸੇ ਨੂੰ ਲਹਿਰਾ ਗਿਆ। but he had pushed the other pedal now, ਤਾਂ ਜਿਹੇ ਵਕਤ ਉਸਨੇ ਦੂਸਰਾ ਪੈਡਲ ਵੀ ਪੁਸ਼ ਕਰ ਦਿੱਤਾ, ਭਾਵ ਦੂਸਰੇ ਪੈਡਲ ਨੂੰ ਵੀ ਮਾਰਿਆ। the machine balanced, ਤਾਂ ਅਜਿਹਾ ਕਰਨ ਦੇ ਨਾਲ ਸਾਈਕਲ ਬੈਲੈਂਸ ਵਿੱਚ ਆ ਗਿਆ, ਸੰਤੁਲਨ ਵਿੱਚ ਆ ਗਿਆ। inclining to the right a little, ਤੇ ਉਹ ਥੋੜਾ ਜਿਹਾ ਸੱਜੇ ਪਾਸੇ ਵੱਲ ਨੂੰ ਝੁਕ ਗਿਆ। so that I saw ਚੰਦੂ lift his rump, ਤੇ ਫਿਰ ਮੈਂ ਦੇਖਿਆ ਕਿ ਚੰਦੂ ਨੇ ਆਪਣੀ ਹਿਪਸ ਉਹ ਉੱਪਰ ਨੂੰ ਚੱਕੇ from the saddle in the most frightening manner, ਇੱਕ ਬੜੇ ਡਰਾਵਣੇ ਜਿਹੇ ਤਰੀਕੇ ਨਾਲ। he hung precariously, ਉਹ ਬੜੇ ਖਤਰਨਾਕ ਤਰੀਕੇ ਨਾਲ ਸਾਈਕਲ ਉੱਤੇ ਇੱਕ ਪਾਸੇ ਲਟਕ ਗਿਆ। for a moment, ਇੱਕ ਪਲ ਲਈ। at this juncture a mixed noise of laughter, ਕਨਫਿਊਜ਼ਨ ਦੇ ਵਿੱਚ ਕਿ ਇੱਕ ਪਾਸੇ ਸਾਈਕਲ ਵੀ ਨਹੀਂ ਚੱਲ ਰਿਹਾ ਤੇ ਦੂਜੇ ਪਾਸੇ ਲੋਕੀ ਮਜ਼ਾਕ ਉਡਾ ਰਹੇ ਹਨ। ਸੋ ਮੈਨੂੰ ਲੱਗਿਆ ਕਿ ਅਜਿਹੀ ਸਥਿਤੀ ਵਿੱਚ ਉਹ ਫਿਰ ਦੁਖੀ ਹੋ ਜਾਏਗਾ। if not on account of his utter incapacity, ਕਿ ਇਹ ਹੋ ਸਕਦਾ ਹੈ ਕਿ ਉਹ ਆਪਣੀ ਕੰਪਲੀਟ ਇਨਕੈਪੈਸਿਟੀ, ਕਿ ਪੂਰਨ ਤੌਰ ਤੇ ਸਾਈਕਲ ਚਲਾਉਣ ਵਿੱਚ ਅਸਮਰਥਾ ਤੋਂ ਸ਼ਾਇਦ ਉਹ ਨਾ ਦੁਖੀ ਹੋਵੇ, ਪਰ ਇਸ ਕਨਫਿਊਜ਼ਨ ਵਿੱਚ ਉਹ ਜ਼ਰੂਰ ਦੁਖੀ ਹੋ ਜਾਏਗਾ। by a curious miracle, ਤੇ ਇਸ ਉਤੇਜਨਾ ਦੇ ਨਾਲ ਭਰੇ ਹੋਏ ਚਮਤਕਾਰ ਦੇ ਦੁਆਰਾ। however, ਹਾਲਾਂਕਿ ਚੰਦੂ's feet had got into the right rhythm for paddling, ਚੰਦੂ ਦੇ ਪੈਰਾਂ ਨੇ ਪੈਡਲ ਮਾਰਨ ਦੀ ਸਹੀ ਸਪੀਡ ਅਤੇ ਸਹੀ ਲੈਅ ਫੜ ਲਈ ਸੀ। and his handle had adjusted itself, ਅਤੇ ਇਸ ਦਾ ਹੈਂਡਲ ਵੀ ਹੁਣ ਆਪਣੇ ਆਪ ਐਡਜਸਟ ਹੋ ਗਿਆ ਸੀ to his stiff hands, ਉਸਦੇ ਮਜ਼ਬੂਤ ਕਠੋਰ ਹੱਥਾਂ ਵਿੱਚ। and he rode off with me running behind him, ਅਤੇ ਉਹ ਸਾਈਕਲ ਚਲਾ ਰਿਹਾ ਸੀ ਤੇ ਮੈਂ ਉਸਦੇ ਪਿੱਛੇ ਪਿੱਛੇ ਭੱਜ ਰਿਹਾ ਸੀ। bursting myself with enthusiastic ਸ਼ਾਬਾਸ਼ਿਜ਼, ਤੇ ਮੇਰੇ ਵਿੱਚੋਂ ਆਪਣੇ ਆਪ ਬੜੀ ਜੋਸ਼ ਭਰਪੂਰ ਸ਼ਾਬਾਸ਼ਾਂ ਉਹਦੇ ਵਾਸਤੇ ਨਿਕਲ ਰਹੀਆਂ ਸਨ। a half a mile run and he repeated the trick, ਅੱਧਾ ਘੰਟਾ ਸਾਈਕਲ ਚਲਾਉਣ ਤੋਂ ਬਾਅਦ ਉਸਨੇ ਉਹੀ ਟ੍ਰਿਕ ਦੁਬਾਰਾ ਸ਼ੁਰੂ ਕੀਤੀ, ਭਾਵ ਉਸੇ ਤਰ੍ਹਾਂ ਹੀ ਉਸਨੇ ਸਾਈਕਲ ਰੋਕ ਕੇ ਸ਼ੁਰੂ ਤੋਂ ਸਾਈਕਲ ਨੂੰ ਚਲਾਉਣਾ ਸ਼ੁਰੂ ਕੀਤਾ। though I was very eager to share the joy of his newly acquired skill, ਭਾਵੇਂ ਮੈਂ ਬਹੁਤ ਕਾਹਲਾ ਸੀ ਕਿ ਜੋ ਉਸਨੇ ਨਵੀਂ ਨਿਪੁੰਨਤਾ ਹਾਸਲ ਕੀਤੀ ਸੀ, ਭਾਵ ਸਾਈਕਲ ਨੂੰ ਚਲਾਉਣਾ ਸਿੱਖਿਆ ਸੀ, ਤੇ ਉਹ ਵਾਲਾ ਜੋਏ ਮੈਂ ਵੀ ਉਸ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ, ਭਾਵ ਉਸਦੀ ਸਾਈਕਲ ਨੂੰ ਮੈਂ ਵੀ ਚਲਾ ਕੇ ਦੇਖਣਾ ਚਾਹੁੰਦਾ ਸੀ। I didn't see ਚੰਦੂ the next day, ਪਰ ਅਗਲੇ ਦਿਨ ਮੈਂ ਚੰਦੂ ਨੂੰ ਉੱਥੇ ਨਹੀਂ ਦੇਖਿਆ। as I was being taken to see my aunts in ਵੇਰਕਾ, ਕਿਉਂਕਿ ਮੈਨੂੰ ਆਪਣੀਆਂ ਆਂਟੀਆਂ ਨੂੰ ਦੇਖਣ ਲਈ ਵੇਰਕਾ ਲਿਜਾਇਆ ਗਿਆ straight from school, ਸਕੂਲ ਤੋਂ ਸਿੱਧਾ। but on the third day he called for me, ਪਰ ਤੀਸਰੇ ਦਿਨ ਉਸਨੇ ਮੈਨੂੰ ਬੁਲਾਇਆ and said that, ਅਤੇ ਕਿਹਾ he would show me the joke, ਉਹ ਮੈਨੂੰ ਹਾਸੇ ਵਾਲੀ ਗੱਲ ਦਿਖਾਏਗਾ। he had talked the other day, ਜਿਹੜੀ ਕਿ ਉਸਨੇ ਇੱਕ ਦੂਸਰੇ ਦਿਨ ਕਹੀ ਸੀ। I followed quickly, ਮੈਂ ਉਸਦਾ ਪਿੱਛਾ ਤੇਜ਼ੀ ਨਾਲ ਕੀਤਾ। asking the while, ਥੋੜੀ ਦੇਰ ਬਾਅਦ ਮੈਂ ਉਹਦੇ ਕੋਲ ਪੁੱਛਿਆ tell me what is it all about, ਕਿ ਮੈਨੂੰ ਦੱਸ ਇਹ ਸਭ ਕਿਹਦੇ ਬਾਰੇ ਹੈ। look, he said, ਉਸਨੇ ਕਿਹਾ ਦੇਖ, hiding behind the oven of the village potter, ਉਹ ਪਿੰਡ ਦੇ ਘੁਮਿਆਰ ਦੀ ਭੱਠੀ ਦੇ ਪਿੱਛੇ ਲੁਕਦਾ ਹੋਇਆ ਬੋਲਿਆ do you see the congregation of men in the ਸਾਹੂਕਾਰ's shop, ਕਿ ਤੂੰ ਜ਼ਿਮੀਂਦਾਰ ਦੀ ਸ਼ੋਪ ਦੇ ਵਿੱਚ ਲੋਕਾਂ ਦੀ ਭੀੜ ਜੁੜਦੀ ਦੇਖੀ। try and see who is there, ਕੋਸ਼ਿਸ਼ ਕਰ ਅਤੇ ਦੇਖ ਕਿ ਉੱਥੇ ਕੌਣ ਹਨ। I explored the various faces, ਤਾਂ ਮੈਂ ਬਹੁਤ ਸਾਰੇ ਚਿਹਰੇ ਐਕਸਪਲੋਰ ਕੀਤੇ, ਖੋਜੇ। and for a moment, ਅਤੇ ਇੱਕ ਪਲ ਲਈ I was quite baffled, ਮੈਂ ਕਾਫੀ ਚਕਰਾ ਗਿਆ ਸੀ। only the peasants sitting around waiting for the landlord, I said, ਤਾਂ ਮੈਂ ਕਿਹਾ ਕਿ ਸਿਰਫ ਉੱਥੇ ਕਿਸਾਨ ਹੀ ਹਨ ਜੋ ਕਿ ਜ਼ਿਮੀਂਦਾਰ ਦੀ ਵੇਟ ਕਰ ਰਹੇ ਹਨ ਉੱਥੇ
ਬੈਠੇ ਹੋਏ। ਲੁੱਕ ਅਗੇਨ ਇਡੀਅਟ, ਤੂੰ ਮੂਰਖ, ਦੁਬਾਰਾ ਦੇਖ, ਹੀ ਸੈਡ, ਐਂਡ ਸੀ, ਅਤੇ ਦੇਖ, ਦ ਲੈਂਡਲੋਰਡ ਇਜ਼ ਦੇਅਰ, ਜ਼ਿਮੀਦਾਰ ਉੱਥੇ ਹੀ ਹੈ। ਹਿਜ਼ ਲੌਂਗ ਜਾਰਡ ਫੇਸ ਡਰਟਿਡ ਦ ਵਾਈਟ ਸਕਮ ਆਫ ਹਿਜ਼ ਅਨਸ਼ੇਵਡ ਬੀਅਰਡ, ਕਿ ਉਸਦੇ ਲੰਬੇ ਜਬੜੇ ਤੇ ਆਈ ਸਫੇਦ ਦਾੜੀ ਜੋ ਕਿ ਸ਼ੇਵ ਨਹੀਂ ਕੀਤੀ ਹੋਈ, ਉਹ ਇੱਕ ਸਫੇਦ ਗੰਦਗੀ ਦਾ ਢੇਰ ਲੱਗਦੀ ਹੈ। ਹਾਹਾ, ਆਈ ਸ਼ਾਊਟਡ ਹਿਲੇਰੀਅਸਲੀ, ਤੇ ਮੈਂ ਹੱਸਿਆ ਤੇ ਬੜੇ ਹਾਸੋਹੀਣੇ ਢੰਗ ਦੇ ਨਾਲ ਮੈਂ ਚੀਕਿਆ, ਚਿল্লাਇਆ, struck by the contradiction of the big thick mustache which I knew the landlord died, ਕਿ ਮੈਂ ਜ਼ਿਮੀਦਾਰ ਦੇ ਚਿਹਰੇ ਤੇ ਮੌਜੂਦ ਕੁਝ ਵਿਰੋਧੀ ਚੀਜ਼ਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ। ਭਾਵ ਉਹ ਚੀਜ਼ਾਂ, ਉਹ ਰੂਪ ਰੰਗ ਜੋ ਉਸਦਾ ਪਹਿਲਾਂ ਮੈਨੂੰ ਦੇਖਣ ਨੂੰ ਨਹੀਂ ਮਿਲਦਾ ਸੀ, ਉਹ ਇੰਨਾ ਬਦਲ ਗਿਆ ਸੀ ਕਿ ਮੇਰੇ ਕੋਲੋਂ ਹੁਣ ਉਹ ਪਹਿਚਾਣਿਆ ਵੀ ਨਹੀਂ ਗਿਆ। ਤੇ ਜਦੋਂ ਮੈਨੂੰ ਚੰਦੂ ਨੇ ਪੁਆਇੰਟ ਆਊਟ ਕੀਤਾ ਤਾਂ ਫਿਰ ਮੈਨੂੰ ਪਤਾ ਚੱਲਿਆ ਕਿ ਇਹ ਜ਼ਿਮੀਦਾਰ ਹੀ ਹੈ। ਸੋ ਉਸ 'ਚ ਕੀ ਚੇਂਜ ਆਈ, ਉਸ ਦੀ ਜੋ ਭਾਰੀ ਮੁੱਛ ਸੀ ਉਹ ਕਾਲੀ ਸੀ, ਜਿਹੜਾ ਕਿ ਚੰਦੂ ਨੂੰ ਪਤਾ ਸੀ ਕਿ ਉਹ ਡਾਈ ਕਰਦਾ ਹੈ, ਭਾਵ ਰੰਗਦਾ ਹੈ, ਵਿਦ ਅ ਪ੍ਰਿਕਲੀ ਵਾਈਟ ਬ੍ਰਸ਼। ਤੇ ਕਿਹਦੇ ਨਾਲ ਰੰਗਦਾ ਸੀ? ਇੱਕ ਤਿੱਖੇ ਚਿੱਟੇ ਬ੍ਰਸ਼ ਦੇ ਨਾਲ, ਔਨ ਹਿਜ਼ ਜਾਵਲਸ, ਆਪਣੇ ਜਵਾੜੇ ਦੀਆਂ ਗੱਲਾਂ ਤੇ। ਹਾਹਾ, ਆਈ ਰੋਡ, ਤੇ ਮੈਂ ਹੱਸਿਆ ਤੇ ਨਾਲੇ ਦਹਾੜਿਆ, ਭਾਵ ਜ਼ੋਰ ਦੀ ਹੱਸਿਆ। ਅ ਸਿਕ ਲਾਇਨ, ਤੇ ਮੈਂ ਕਿਹਾ ਕਿ ਇੱਕ ਬਿਮਾਰ ਸ਼ੇਰ। ਹੀ ਲੁਕਸ ਸੀਡੀ, ਉਹ ਬਹੁਤ ਕਮਜ਼ੋਰ ਲੱਗਦਾ ਹੈ।